ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਪੰਨੂ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਝਾਤ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਦੇ ਉੱਪਰ। ਕੈਨੇਡਾ ਨੇ ਯਾਤਰਾ ਦੇ ਵਿੱਚ ਢਿੱਲ ਦੇਣੀ ਕੀਤੀ ਸ਼ੁਰੂ, ਕਿਹੜੀ ਵੈਕਸੀਨ ਵਾਲਿਆਂ ਨੂੰ ਮਿਲੇਗੀ ਰਾਹਤ। ਵਿਕਟੋਰੀਆ ਦੇ ਵਿੱਚ ਨਹੀਂ ਹੋਵੇਗਾ ਕੈਨੇਡਾ ਡੇ ਸਮਾਗਮ, 215 ਬੱਚਿਆਂ ਦੀ ਯਾਦ ਦੇ ਵਿੱਚ ਜਸ਼ਨ ਕੀਤੇ ਰੱਦ। ਕੈਨੇਡਾ ਦੇ ਵਿੱਚ ਕੋਰੋਨਾ ਕਾਰਨ ਵੱਧ ਗਿਣਤੀ ਪ੍ਰਵਾਸੀਆਂ ਦੀ ਮੌਤ। ਕੈਨੇਡਾ ਦੇ ਵਿੱਚ ਕੋਰੋਨਾ ਕਾਰਨ ਮਰਨ ਵਾਲਿਆਂ ਬਾਰੇ ਖੁਲਾਸਾ। ਕੈਨੇਡਾ ਦਾਨ ਕਰੇਗਾ 100 ਮਿਲੀਅਨ ਟੀਕੇ, ਸੂਤਰਾਂ ਦੇ ਹਵਾਲੇ ਤੋਂ ਆਈ ਜਾਣਕਾਰੀ। ਕੈਨੇਡਾ ਦੇ ਵਿੱਚ ਹੁਣ ਇਮੀਗ੍ਰੇਸ਼ਨ ਹੋ ਰਿਹਾ ਕਮਜ਼ੋਰ, 2 ਮਹੀਨੇ ਦੌਰਾਨ ਇਮੀਗ੍ਰੇਸ਼ਨ ਦੀ ਮੱਠੀ ਪਈ ਰਫ਼ਤਾਰ। ਕੈਨੇਡਾ ਵੱਲੋਂ ਜੋ ਕੋਰੋਨਾ ਵਾਇਰਸ ਦੇ ਕਾਰਨ ਯਾਤਰਾ ਸੰਬੰਧੀ ਪਾਬੰਦੀਆਂ ਲਗਾਈਆਂ ਗਈਆਂ, ਉਸ ਦੇ ਵਿੱਚ ਰਾਹਤ ਦੇਣ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਪਹਿਲੇ ਪੜਾਅ ਦੇ ਤਹਿਤ ਹੋਟਲ ਅਤੇ 14 ਦਿਨਾਂ ਦੇ ਇਕਾਂਤਵਾਸ ਨੂੰ ਖਤਮ ਕੀਤਾ ਗਿਆ। ਜਿਨ੍ਹਾਂ ਵੱਲੋਂ ਕੋਵਿਡ-19 ਵੈਕਸੀਨ ਦੀਆਂ ਦੋਨੋਂ ਡੋਜ਼ ਲਗਵਾਈਆਂ ਗਈਆਂ ਨੇ, ਉਹਨਾਂ ਨੂੰ ਹੁਣ ਹੋਟਲ ਜਾਂ ਫਿਰ 14 ਦਿਨਾਂ ਦੇ ਵਾਸਤੇ ਕੁਆਰੰਟੀਨ ਨਹੀਂ ਕਰਨਾ ਹੋਏਗਾ। ਦੱਸ ਦਈਏ ਕਿ ਜਿਨ੍ਹਾਂ ਵੱਲੋਂ ਕੋਵਿਸ਼ੀਲਡ ਵੈਕਸੀਨ ਲਗਾਈ ਗਈ ਹੈ, ਉਸ ਨੂੰ ਵੀ WHO ਵੱਲੋਂ ਅਪਰੂਵ ਕੀਤਾ ਗਿਆ ਹੈ। ਉਹਨਾਂ ਨੂੰ ਵੀ ਕੋਵਿਡ ਵਾਇਰਸ ਦੇ ਕਾਰਨ ਪਾਬੰਦੀ ਜੋ ਹੋਟਲ ਅਤੇ 14 ਦਿਨਾਂ ਦੇ ਕੁਆਰੰਟੀਨ ਸੰਬੰਧੀ ਲਗਾਈ ਗਈ ਸੀ, ਉਸ ਤੋਂ ਰਾਹਤ ਮਿਲ ਸਕਦੀ ਹੈ ਜੇਕਰ ਉਹਨਾਂ ਨੇ ਇਸ ਵੈਕਸੀਨ ਦੇ ਦੋਨੋਂ ਡੋਜ਼ ਲਗਵਾਏ ਨੇ। ਇਸ ਖਬਰ ਦੇ ਵਿੱਚ ਸਾਰੀ ਜਾਣਕਾਰੀ ਦੇਵਾਂਗੇ ਕਿ ਕਿਹਨਾਂ ਨੂੰ ਇਸ ਤੋਂ ਬਾਹਰ ਰੱਖਿਆ ਜਾਏਗਾ ਤੇ ਬਾਰਡਰ ਸੰਬੰਧੀ ਕੀ ਅਪਡੇਟ ਹੈ। ਕੈਨੇਡਾ ਦੇ ਵਿੱਚ ਵੈਕਸੀਨੇਸ਼ਨ ਤੇਜ਼ ਹੋਣ ਦੇ ਨਾਲ ਯਾਤਰਾ ਸੰਬੰਧੀ ਪਾਬੰਦੀਆਂ ਦੇ ਵਿੱਚ ਰਾਹਤ ਦੇਣ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਕੈਨੇਡਾ ਦੇ ਵਿੱਚ ਕੋਵਿਡ ਕਾਰਨ ਪਾਬੰਦੀਆਂ ਲਗਾਇਆ 1 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ। ਆਖਿਰਕਾਰ ਫੈਡਰਲ ਸਰਕਾਰ ਵੱਲੋਂ ਹੁਣ ਇਸ ਸੰਬੰਧੀ ਰਾਹਤ ਦਿੱਤੀ ਜਾਣੀ ਸ਼ੁਰੂ ਕੀਤੀ ਗਈ ਹੈ। ਇਸ ਪਹਿਲੇ ਪੜਾਅ ਦੇ ਤਹਿਤ ਜਿਹੜੇ ਵੈਕਸੀਨੇਟਡ ਟਰੈਵਲਰਸ ਨੇ, ਜਾਣੀ ਜਿਨ੍ਹਾਂ ਵੱਲੋਂ ਕੋਵਿਡ-19 ਵੈਕਸੀਨ ਦੇ ਦੋਨੋਂ ਡੋਜ਼ ਲਗਵਾਏ ਗਏ, ਉਹ ਯਾਤਰੀ ਹੁਣ ਕੁਆਰੰਟੀਨ ਨੂੰ ਸਕਿਪ ਕਰ ਸਕਦੇ ਨੇ। ਕੈਨੇਡਾ ਦੇ ਵਿੱਚ ਕੁਆਰੰਟੀਨ ਦੇ ਨਾਲ ਸੰਬੰਧੀ ਕਾਫੀ ਜ਼ਿਆਦਾ ਸਖਤੀ ਸੀ। ਕੈਨੇਡਾ ਆਉਣ ਦੇ ਉੱਪਰ 14 ਦਿਨਾਂ ਦਾ ਕੁਆਰੰਟੀਨ ਤਾਂ ਲਾਜ਼ਮੀ ਸੀ ਹੀ, ਪਰ ਨਾਲ ਹੀ 3 ਦਿਨਾਂ ਦੇ ਲਈ ਹੋਟਲ ਦੇ ਵਿੱਚ ਵੀ ਕੁਆਰੰਟੀਨ ਕਰਨਾ ਪੈਂਦਾ ਸੀ। ਪਰ ਹੁਣ ਇਸ ਸੰਬੰਧੀ ਐਲਾਨ ਕਰ ਦਿੱਤਾ ਗਿਆ, ਜਿੱਥੇ ਕਿਹਾ ਗਿਆ ਹੈ ਕਿ ਅਗਲੇ ਮਹੀਨੇ ਦੇ ਸ਼ੁਰੂ ਤੋਂ ਕੈਨੇਡਾ ਆਉਣ ਵਾਲੇ ਉਹ ਯਾਤਰੀ ਜਿਨ੍ਹਾਂ ਨੇ ਕੋਵਿਡ ਦੇ ਦੋਨੋਂ ਵੈਕਸੀਨ ਲਗਵਾਏ ਨੇ, ਉਹ 14 ਦਿਨਾਂ ਦਾ ਕੁਆਰੰਟੀਨ ਤੇ ਹੋਟਲ ਕੁਆਰੰਟੀਨ ਛੱਡ ਸਕਦੇ ਨੇ। ਕੈਨੇਡਾ ਪਹੁੰਚਣ ਦੇ ਉੱਪਰ ਉਹਨਾਂ ਦਾ ਕੋਵਿਡ ਟੈਸਟ ਕੀਤਾ ਜਾਵੇਗਾ। ਨੈਗੇਟਿਵ ਰਿਪੋਰਟ ਆਉਣ ਤੱਕ ਉਹਨਾਂ ਨੂੰ ਆਈਸੋਲੇਟ ਕਰਨਾ ਹੋਵੇਗਾ। ਇਸ ਦੇ ਨਾਲ ਹੀ ਸਵਾਲ ਖੜਾ ਹੁੰਦਾ ਹੈ ਕਿ ਕਿਹੜੀ ਵੈਕਸੀਨ ਲਗਾ ਕੇ ਤੁਸੀਂ ਕੈਨੇਡਾ ਦੇ ਵਿੱਚ 14 ਦਿਨਾਂ ਦੇ ਕੁਆਰੰਟੀਨ ਤੋਂ ਬਚ ਸਕਦੇ ਹੋ। ਜਿਹੜੀ ਵੈਕਸੀਨ ਹੈਲਥ ਕੈਨੇਡਾ ਨੇ ਅਪਰੂਵ ਕੀਤੀ ਹੈ, ਜਾਣੀ ਫਾਈਜ਼ਰ, ਮੋਡਰਨਾ, ਐਸਟ੍ਰਾਜੈਨੇਕਾ ਅਤੇ ਜੌਨਸਨ ਐਂਡ ਜੌਨਸਨ, ਜਿਨ੍ਹਾਂ ਵੱਲੋਂ ਇਹ ਟੀਕਾ ਲਗਵਾਇਆ ਗਿਆ, ਉਹਨਾਂ ਨੂੰ 14 ਦਿਨਾਂ ਦਾ ਕੁਆਰੰਟੀਨ ਨਹੀਂ ਕਰਨਾ ਪਏਗਾ। ਭਾਰਤ ਦੇ ਵਿੱਚ ਜੋ ਕੋਵਿਸ਼ੀਲਡ ਵੈਕਸੀਨ ਲਗਾਈ ਜਾਂਦੀ ਹੈ, ਉਹ ਵੀ ਐਸਟ੍ਰਾਜੈਨੇਕਾ ਦੀ ਕੈਟੇਗਰੀ ਦੇ ਵਿੱਚ ਹੀ ਆਉਂਦੀ ਹੈ। ਇਸ ਕਰਕੇ ਜਿਨ੍ਹਾਂ ਵੱਲੋਂ ਇਹ ਵੈਕਸੀਨ ਲਗਵਾਈ ਗਈ, ਉਹਨਾਂ ਨੂੰ ਵੀ 14 ਦਿਨਾਂ ਦਾ ਕੁਆਰੰਟੀਨ ਕਰਨਾ ਲਾਜ਼ਮੀ ਨਹੀਂ ਹੋਵੇਗਾ। ਇਸ ਦੇ ਨਾਲ ਹੀ ਆਟਵਾ ਵੱਲੋਂ ਵੈਕਸੀਨ ਪਾਸਪੋਰਟ ਦੇ ਸੰਬੰਧੀ ਵੀ ਵਿਚਾਰ ਚਰਚਾ ਕੀਤੀ ਜਾ ਰਹੀ ਹੈ। ਕੈਨੇਡਾ ਵੱਲੋਂ ਬੱਚਿਆਂ ਦੇ ਸੰਬੰਧੀ ਕੁਆਰੰਟੀਨ ਨਿਯਮਾਂ ਦੀ ਜਾਣਕਾਰੀ ਅਜੇ ਸਪਸ਼ਟ ਨਹੀਂ ਕੀਤੀ ਗਈ, ਪਰ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਐਲਾਨ ਕੀਤਾ ਜਾਵੇ ਕਿ ਜਿਹੜੇ ਬੱਚੇ ਫੁੱਲੀ ਵੈਕਸੀਨੇਟਡ ਪੇਰੈਂਟਸ ਦੇ ਨਾਲ ਟਰੈਵਲ ਕਰਨਗੇ, ਉਹਨਾਂ ਨੂੰ ਕੁਆਰੰਟੀਨ ਨਹੀਂ ਕਰਨਾ ਹੋਵੇਗਾ। ਕਾਫੀ ਲੰਬੇ ਸਮੇਂ ਤੋਂ ਕੈਨੇਡਾ US ਬਾਰਡਰ ਸੰਬੰਧੀ ਵੀ ਕਈ ਅਪਡੇਟਸ ਸਾਹਮਣੇ ਆ ਰਹੀਆਂ ਨੇ। G7 ਦੀ ਮੀਟਿੰਗ ਦੇ ਵਿੱਚ ਇਹ ਮੁੱਦਾ ਖਾਸ ਰਹਿਣ ਵਾਲਾ ਹੈ, ਜਿੱਥੇ ਜਸਟਿਨ ਟਰੂਡੋ ਅਤੇ ਜੋ ਬਾਈਡਨ ਵੱਲੋਂ ਇਸ ਬਾਰਡਰ ਦੇ ਸੰਬੰਧੀ ਵਿਚਾਰ ਚਰਚਾ ਕੀਤੀ ਜਾਵੇਗੀ। ਇਸ ਦੌਰਾਨ ਇੱਕ ਦੂਸਰੇ ਦੇ ਨਾਲ ਗੱਲਬਾਤ ਕੀਤੀ ਜਾਵੇਗੀ ਕਿ ਕਦੋਂ ਤੇ ਕਿਵੇਂ ਇਸ ਬਾਰਡਰ ਨੂੰ ਖੋਲ੍ਹਿਆ ਜਾਣਾ ਹੈ। ਵਿਕਟੋਰੀਆ ਵੱਲੋਂ ਕੈਨੇਡਾ ਡੇ ਸੰਬੰਧੀ ਫੈਸਲਾ ਲਿਆ ਗਿਆ ਹੈ। ਇਸ ਦੌਰਾਨ ਹੋਣ ਵਾਲੇ ਸਮਾਗਮ ਜਾਣੀ ਕਿ ਜਸ਼ਨ ਰੱਦ ਕੀਤੇ ਗਏ ਨੇ। ਉਹ ਇਸ ਕਰਕੇ ਕਿਉਂਕਿ ਕੈਮਲੂਪਸ ਦੇ ਸਾਬਕਾ ਰੈਜ਼ੀਡੈਂਸ਼ੀਅਲ ਸਕੂਲ ਦੇ ਵਿੱਚੋਂ 215 ਬੱਚਿਆਂ ਦੇ ਰਿਮੇਨਸ ਮਿਲੇ ਸਨ। ਉਹਨਾਂ ਨੇ ਕਿਹਾ ਕਿ ਕੈਨੇਡਾ ਵਾਸੀਆਂ ਦੇ ਮਨਾਂ ਦੇ ਉੱਪਰ ਇਸ ਦਾ ਕਾਫੀ ਜ਼ਿਆਦਾ ਪ੍ਰਭਾਵ ਹੈ। ਵੱਖ-ਵੱਖ ਥਾਵਾਂ ਦੇ ਉੱਪਰ ਪ੍ਰਦਰਸ਼ਨ ਵੀ ਕਰਵਾਏ ਜਾ ਰਹੇ ਨੇ, ਜਿਸ ਤੋਂ ਬਾਅਦ ਹੁਣ ਵਿਕਟੋਰੀਆ ਦੇ ਵਿੱਚ ਕੈਨੇਡਾ ਡੇ ਮੌਕੇ ਜਸ਼ਨ ਨਹੀਂ ਹੋਣਗੇ। ਸਿਟੀ ਆਫ ਵਿਕਟੋਰੀਆ ਵੱਲੋਂ ਇੱਕ ਫੈਸਲਾ ਲਿਆ ਗਿਆ, ਜਿੱਥੇ ਉਹਨਾਂ ਨੇ ਦੱਸਿਆ ਹੈ ਕਿ ਰੈਜ਼ੀਡੈਂਸ਼ੀਅਲ ਸਕੂਲ ਦੀ ਘਟਨਾ ਤੋਂ ਬਾਅਦ ਕੈਨੇਡਾ ਡੇ ਜਸ਼ਨ ਰੱਦ ਕੀਤਾ ਜਾ ਰਿਹਾ ਹੈ। ਜੀ ਹਾਂ, ਸਿਟੀ ਆਫ ਵਿਕਟੋਰੀਆ ਵੱਲੋਂ ਫੈਸਲਾ ਲਿਆ ਗਿਆ ਕਿ 1 ਜੁਲਾਈ ਨੂੰ ਕੈਨੇਡਾ ਡੇ ਮੌਕੇ ਦੇ ਉੱਪਰ ਹੋਣ ਵਾਲੇ ਸਮਾਗਮ ਨੂੰ ਰੱਦ ਕੀਤਾ ਜਾਵੇਗਾ। ਵਿਕਟੋਰੀਆ ਦੀ ਮੇਅਰ ਵੱਲੋਂ ਇਸ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਗਈ, ਜਿੱਥੇ ਉਹਨਾਂ ਨੇ ਦੱਸਿਆ ਕਿ ਕੈਮਲੂਪਸ ਦੇ ਸਾਬਕਾ ਰੈਜ਼ੀਡੈਂਸ਼ੀਅਲ ਸਕੂਲ ਤੋਂ ਜੋ ਘਟਨਾ ਸਾਹਮਣੇ ਆਈ, ਜਿਸ ਦੇ ਵਿੱਚ 215 ਬੱਚਿਆਂ ਦੇ ਰਿਮੇਨਸ ਮਿਲੇ, ਉਸ ਦੇ ਕਾਰਨ ਲੋਕਾਂ ਦੇ ਮਨ ਕਾਫੀ ਜ਼ਿਆਦਾ ਭਾਵੁਕ ਹਨ। ਇਸ ਸਮੇਂ ਹਰ ਵਿਅਕਤੀ ਵੱਲੋਂ ਹਿੰਮਤ ਜੁਟਾਈ ਜਾ ਰਹੀ ਹੈ ਤਾਂ ਕਿ ਇਸ ਤੋਂ ਓਵਰਕਮ ਕੀਤਾ ਜਾਵੇ। ਇਸ ਦੌਰਾਨ ਹੋਣ ਵਾਲੇ ਜਸ਼ਨਾਂ ਦੀ ਥਾਂ ਦੇ ਉੱਪਰ ਸਥਾਨਕ ਫਰਸਟ ਨੇਸ਼ਨ ਭਾਈਚਾਰੇ ਦੇ ਲੋਕਾਂ ਵੱਲੋਂ ਕੈਨੇਡੀਅਨ ਇਤਿਹਾਸ ਦੇ ਉੱਪਰ ਚਾਨਣਾ ਪਾਉਂਦੀ ਹੋਈ ਪੇਸ਼ਕਾਰੀ ਦਿੱਤੀ ਜਾਵੇਗੀ।
ਮੇਅਰ ਵੱਲੋਂ ਦੱਸਿਆ ਗਿਆ ਕਿ ਕਿਸ ਤਰ੍ਹਾਂ ਇਹ ਸਮਾਂ ਇਸ ਸਮੇਂ ਚੁਣੌਤੀ ਭਰਿਆ ਹੈ, ਜਿਸ ਦੇ ਕਾਰਨ ਉਹਨਾਂ ਨੇ ਕੈਮਲੂਪਸ ਦੇ ਸਾਬਕਾ ਰੈਜ਼ੀਡੈਂਸ਼ੀਅਲ ਦੀ ਘਟਨਾ ਤੋਂ ਬਾਅਦ ਇਹ ਫੈਸਲਾ ਕੀਤਾ ਹੈ ਕਿ ਵਿਕਟੋਰੀਆ ਦੇ ਵਿੱਚ ਕੈਨੇਡਾ ਡੇ ਦੇ ਮੌਕੇ ਦੇ ਉੱਪਰ ਜਿਹੜੇ ਜਸ਼ਨ ਕਰਵਾਏ ਜਾਂਦੇ ਸਨ ਉਹਨਾਂ ਨੂੰ ਇਸ ਸਾਲ ਨਹੀਂ ਕਰਵਾਇਆ ਜਾਵੇਗਾ। ਦੱਸ ਦਈਏ ਕਿ ਕੈਨੇਡਾ ਦੀਆਂ ਵੱਖ-ਵੱਖ ਥਾਵਾਂ ਦੇ ਉੱਪਰ ਇਹਨਾਂ ਬੱਚਿਆਂ ਦੇ ਵਾਸਤੇ ਪ੍ਰਦਰਸ਼ਨ ਕੀਤੇ ਜਾ ਰਹੇ ਨੇ। ਇਹਨਾਂ ਬੱਚਿਆਂ ਨੂੰ ਯਾਦ ਕਰਦਿਆਂ ਕਈ ਤਰ੍ਹਾਂ ਦੇ ਪ੍ਰੋਟੈਸਟ ਕੈਨੇਡਾ ਦੀਆਂ ਵੱਖ-ਵੱਖ ਥਾਵਾਂ ਦੇ ਉੱਪਰ ਦੇਖਣ ਨੂੰ ਮਿਲ ਰਹੇ ਨੇ। ਸਟੈਟਿਸਟਿਕਸ ਕੈਨੇਡਾ ਵੱਲੋਂ ਇੱਕ ਅੰਕੜਾ ਸਾਂਝਾ ਕੀਤਾ ਗਿਆ। ਉਹਨਾਂ ਨੇ ਜਾਣਕਾਰੀ ਦਿੱਤੀ ਹੈ ਕਿ ਕੈਨੇਡਾ ਦੇ ਵਿੱਚ ਸ਼ੁਰੂਆਤੀ ਪੈਂਡੇਮਿਕ ਦੌਰਾਨ ਜੋ ਜਾਨਾਂ ਗਈਆਂ ਉਸ ਦੇ ਵਿੱਚ ਵੱਧ ਇਮੀਗ੍ਰੈਂਟ ਸਨ। ਇਹਨਾਂ ਪ੍ਰਵਾਸੀਆਂ ਦੀਆਂ ਜ਼ਿਆਦਾ ਮੌਤਾਂ ਇਸ ਵਾਇਰਸ ਦੇ ਕਾਰਨ ਹੋਈਆਂ ਨੇ। ਇਸ ਦਾ ਕੀ ਕਾਰਨ ਰਿਹਾ ਉਹ ਵੀ ਉਹਨਾਂ ਵੱਲੋਂ ਸਾਂਝਾ ਕੀਤਾ ਗਿਆ ਹੈ। ਸਟੈਟਿਸਟਿਕਸ ਕੈਨੇਡਾ ਵੱਲੋਂ ਇੱਕ ਜਾਣਕਾਰੀ ਸਾਂਝੀ ਕੀਤੀ ਗਈ, ਜਿੱਥੇ ਉਹਨਾਂ ਨੇ ਦੱਸਿਆ ਕਿ ਕਰੋਨਾ ਦੀ ਸ਼ੁਰੂਆਤ ਦੇ ਦੌਰਾਨ ਕੋਵਿਡ ਦੇ ਕਾਰਨ ਜ਼ਿਆਦਾਤਰ ਮੌਤਾਂ ਇਮੀਗ੍ਰੈਂਟਸ ਦੀਆਂ ਹੋਈਆਂ। ਮਾਰਚ ਤੋਂ ਜੁਲਾਈ ਦੇ ਦੌਰਾਨ 8,500 ਅਜਿਹੇ ਲੋਕ ਸਨ ਜਿਨ੍ਹਾਂ ਦੀ ਕੋਵਿਡ ਦੇ ਕਰਕੇ ਜਾਨ ਗਈ। ਇਸ ਦੇ ਵਿੱਚ 67% ਕਿਊਬੈਕ, 28% ਓਨਟਾਰੀਓ ਅਤੇ 3% ਬ੍ਰਿਟਿਸ਼ ਕੋਲੰਬੀਆ ਚੋਂ ਸਨ ਜਿਨ੍ਹਾਂ ਦੀ ਜਾਨ ਇਸ ਵਾਇਰਸ ਦੇ ਕਾਰਨ ਗਈ। ਕਿਊਬੈਕ ਦੇ ਵਿੱਚ ਜਿਨ੍ਹਾਂ ਦੀ ਮੌਤ ਹੋਈ ਉਹਨਾਂ ਦੇ ਵਿੱਚੋਂ 48%, ਓਨਟਾਰੀਓ ਅਤੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚੋਂ 45% ਇਮੀਗ੍ਰੈਂਟ ਸਨ। ਇਸ ਕੋਵਿਡ ਦੇ ਕਾਰਨ ਜਿਨ੍ਹਾਂ ਦੀ ਮੌਤ ਹੋਈ ਹੈ ਉਹਨਾਂ ਵਿੱਚੋਂ ਜ਼ਿਆਦਾਤਰ ਅਜਿਹੇ ਲੋਕ ਸਨ ਜਿਨ੍ਹਾਂ ਦੀ 65 ਸਾਲ ਤੋਂ ਘੱਟ ਦੀ ਉਮਰ ਸੀ ਤੇ ਇਸ ਦੇ ਵਿੱਚ ਜ਼ਿਆਦਾ ਮੇਲ ਸ਼ਾਮਿਲ ਨੇ। ਵੈਨਕੂਵਰ ਅਤੇ ਟੋਰਾਂਟੋ ਦੇ ਵਿੱਚ 44 ਤੋਂ 51% ਤੱਕ ਇਮੀਗ੍ਰੈਂਟਸ ਦੀ ਕੋਵਿਡ ਦੇ ਕਾਰਨ ਜਾਨ ਗਈ। ਸਭ ਤੋਂ ਵੱਧ ਇਮੀਗ੍ਰੈਂਟਸ ਦੀ ਜਾਨ ਮੌਂਟਰੀਅਲ, ਟੋਰਾਂਟੋ ਅਤੇ ਵੈਨਕੂਵਰ ਦੇ ਵਿੱਚ ਗਈ ਹੈ। ਇਹ ਸਾਰੀ ਜਾਣਕਾਰੀ ਸਟੈਟਿਸਟਿਕਸ ਕੈਨੇਡਾ ਨੇ ਸਾਂਝੀ ਕੀਤੀ। ਇਸ ਸੰਬੰਧੀ ਇਹ ਵੀ ਖੁਲਾਸਾ ਹੋਇਆ ਹੈ ਕਿ ਇਮੀਗ੍ਰੈਂਟਸ ਦੇ ਵਿੱਚ ਇਸ ਦਾ ਜ਼ਿਆਦਾ ਖਤਰਾ ਇਸ ਕਰਕੇ ਵੀ ਸੀ ਕਿਉਂਕਿ ਉਹ ਅਸੈਂਸ਼ੀਅਲ ਸਰਵਿਸਿਜ਼ ਦੇ ਵਿੱਚ ਕੰਮ ਕਰਦੇ ਨੇ। ਉਹ ਜਿੱਥੇ ਰਹਿੰਦੇ ਨੇ ਉੱਥੇ ਕਾਫੀ ਜ਼ਿਆਦਾ ਲੋਕ ਹੁੰਦੇ ਨੇ ਤੇ ਉਹਨਾਂ ਨੂੰ ਸਿਹਤ ਸੰਬੰਧੀ ਜ਼ਿਆਦਾ ਜਾਣਕਾਰੀ ਵੀ ਨਹੀਂ ਹੈ। ਕੈਨੇਡਾ ਤੋਂ ਇਲਾਵਾ ਫਰਾਂਸ ਅਤੇ ਯੂਨਾਈਟਿਡ ਸਟੇਟਸ ਦੇ ਵੱਲੋਂ ਵੀ ਅਜਿਹੀ ਜਾਣਕਾਰੀ ਸਾਂਝੀ ਕੀਤੀ ਗਈ ਹੈ, ਜਿੱਥੇ ਉਹਨਾਂ ਨੇ ਦੱਸਿਆ ਹੈ ਕਿ ਕੋਵਿਡ ਕਾਰਨ ਹੋਈਆਂ ਮੌਤਾਂ ਦੇ ਵਿੱਚ ਕਿੰਨੇ ਇਮੀਗ੍ਰੈਂਟ ਸਨ। ਕੈਨੇਡਾ ਵੱਲੋਂ 100 ਮਿਲੀਅਨ ਕੋਵਿਡ-19 ਵੈਕਸੀਨ ਦਾਨ ਕੀਤੇ ਜਾਣਗੇ। ਸੂਤਰਾਂ ਦੇ ਹਵਾਲੇ ਤੋਂ ਇਹ ਜਾਣਕਾਰੀ ਸਾਹਮਣੇ ਆਈ ਹੈ, ਪਰ ਇਸ ਦਾ ਅਸਰ ਕੈਨੇਡਾ ਦੇ ਵਿੱਚ ਜੋ ਵੈਕਸੀਨੇਸ਼ਨ ਰੋਲ ਆਊਟ ਹੈ ਉਸ ਦੇ ਉੱਪਰ ਨਹੀਂ ਪਏਗਾ, ਜਿਸ ਦਾ ਮਤਲਬ ਹੈ ਕਿ ਇਸ ਸਮੇਂ ਜੋ ਕੈਨੇਡਾ ਦੇ ਵਿੱਚ ਵੈਕਸੀਨੇਸ਼ਨ ਲਗਾਈ ਜਾ ਰਹੀ ਹੈ, ਇਹ ਜੋ ਟੀਕੇ ਦਾਨ ਕੀਤੇ ਜਾਣਗੇ ਇਸ ਦਾ ਕਿਸੇ ਵੀ ਤਰੀਕੇ ਦੇ ਨਾਲ ਅਸਰ ਉਹਨਾਂ ਦੇ ਉੱਪਰ ਨਹੀਂ ਪਏਗਾ। ਕੈਨੇਡਾ ਵੱਲੋਂ ਵਿਸ਼ਵ ਨੂੰ ਕੋਵਿਡ-19 ਵੈਕਸੀਨ ਦੇ ਟੀਕੇ ਦਾਨ ਕੀਤੇ ਜਾਣਗੇ। ਕੈਨੇਡਾ ਵੱਲੋਂ ਵੈਕਸੀਨ ਦੇ 100 ਮਿਲੀਅਨ ਟੀਕੇ ਦਾਨ ਕੀਤੇ ਜਾਣਗੇ। ਇਸ ਦੇ ਬਾਰੇ ਵਿੱਚ ਆਫੀਸ਼ੀਅਲ ਅਨਾਉਂਸਮੈਂਟ ਹੋਣੀ ਅਜੇ ਬਾਕੀ ਹੈ। G7 ਸਮਿਟ ਦੇ ਦੌਰਾਨ ਵੈਕਸੀਨ ਡੋਨੇਸ਼ਨ ਦਾ ਮੁੱਦਾ ਕਾਫੀ ਜ਼ਿਆਦਾ ਅਹਿਮ ਰਹਿਣ ਵਾਲਾ ਹੈ। ਇਸ ਦੌਰਾਨ ਕੈਨੇਡਾ ਵੱਲੋਂ 10 ਮਿਲੀਅਨ ਡੋਜ਼ਸ ਡੋਨੇਟ ਕਰਨ ਦੇ ਬਾਰੇ ਵਿੱਚ ਚਰਚਾ ਕੀਤੀ ਜਾਵੇਗੀ। ਕੈਨੇਡੀਅਨ ਗਵਰਨਮੈਂਟ ਸੋਰਸਸ ਤੋਂ ਪਤਾ ਚੱਲਿਆ ਹੈ ਕਿ ਕੋਵੈਕਸ ਪ੍ਰੋਗਰਾਮ ਦੇ ਤਹਿਤ ਕੈਨੇਡਾ ਵੱਲੋਂ 100 ਮਿਲੀਅਨ ਡੋਜ਼ਸ ਡੋਨੇਟ ਕੀਤੇ ਜਾਣਗੇ। ਇਹ ਸ਼ਾਰਟਸ ਲੋ ਅਤੇ ਮਿਡਲ ਇਨਕਮ ਦੇਸ਼ਾਂ ਨੂੰ ਦਿੱਤੇ ਜਾਣਗੇ। ਇਹਨਾਂ ਸੋਰਸਿਸ ਤੋਂ ਇਹ ਵੀ ਸਪਸ਼ਟ ਹੋਇਆ ਹੈ ਕਿ ਕੈਨੇਡਾ ਦੇ ਵਿੱਚ ਜੋ ਵੈਕਸੀਨ ਰੋਲ ਆਊਟ ਹੈ ਉਹ ਇਸ ਦੇ ਨਾਲ ਨਹੀਂ ਪ੍ਰਭਾਵਿਤ ਹੋਵੇਗਾ। ਇਸ ਕਰਕੇ ਕੈਨੇਡਾ ਵਾਸੀਆਂ ਨੂੰ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ, ਕਿਉਂਕਿ ਇਸ ਦਾਨ ਦਾ ਕੈਨੇਡਾ ਦੇ ਉੱਪਰ ਕੋਈ ਵੀ ਬੁਰਾ ਪ੍ਰਭਾਵ ਨਹੀਂ ਪਵੇਗਾ। ਇਹ ਵੈਕਸੀਨ ਕਦੋਂ ਅਤੇ ਕਿਵੇਂ ਡੋਨੇਟ ਕੀਤੇ ਜਾਣਗੇ ਇਸ ਦੇ ਬਾਰੇ ਅਜੇ ਆਫੀਸ਼ੀਅਲ ਅਨਾਉਂਸਮੈਂਟ ਆਉਣੀ ਬਾਕੀ ਹੈ। ਇਸ ਤੋਂ ਪਹਿਲਾਂ ਅਮਰੀਕਾ ਤੋਂ ਵੀ ਇਹ ਜਾਣਕਾਰੀ ਸਾਹਮਣੇ ਆਈ ਸੀ ਕਿ ਉਹਨਾਂ ਵੱਲੋਂ 500 ਮਿਲੀਅਨ ਡੋਜ਼ਸ ਡੋਨੇਟ ਕੀਤੇ ਜਾਣਗੇ। ਵਿਸ਼ਵ ਦੇ ਵੱਖ-ਵੱਖ ਦੇਸ਼ਾਂ ਦੇ ਵਿੱਚ ਕੋਵਿਡ-19 ਵੈਕਸੀਨੇਸ਼ਨ ਲਗਾਈ ਜਾ ਰਹੀ ਹੈ ਤਾਂ ਕਿ ਕਰੋਨਾ ਵਾਇਰਸ ਨੂੰ ਖਤਮ ਕੀਤਾ ਜਾਵੇ। ਬਹੁਤ ਸਾਰੇ ਅਜਿਹੇ ਦੇਸ਼ ਹਨ ਜਿੱਥੇ ਵੈਕਸੀਨ ਦੀ ਸ਼ਾਰਟੇਜ ਦੇਖਣ ਨੂੰ ਮਿਲੀ ਹੈ, ਜਿਸ ਦੇ ਚੱਲਦਿਆਂ ਕੋਵੈਕਸ ਪ੍ਰੋਗਰਾਮ ਦੇ ਤਹਿਤ ਕਈ ਦੇਸ਼ ਹੁਣ ਵੈਕਸੀਨ ਦਾਨ ਕਰਨ ਦੇ ਲਈ ਅੱਗੇ ਆ ਰਹੇ ਨੇ। ਇਸੇ ਦੇ ਵਿੱਚ ਕੈਨੇਡਾ ਵੱਲੋਂ ਵੀ ਹੁਣ ਐਲਾਨ ਕੀਤਾ ਜਾਣਾ ਬਾਕੀ ਹੈ। ਜਿਹੜੀ ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ 100 ਮਿਲੀਅਨ ਕੋਵਿਡ-19 ਵੈਕਸੀਨ ਡੋਨੇਟ ਕੀਤੇ ਜਾਣਗੇ। ਕੈਨੇਡਾ ਦੇ ਵਿੱਚ ਹੁਣ ਇਮੀਗ੍ਰੇਸ਼ਨ ਦੀ ਰਫ਼ਤਾਰ ਘਟ ਰਹੀ ਹੈ। ਪਿਛਲੇ 2 ਮਹੀਨਿਆਂ ਦੇ ਵਿੱਚ ਇਹ ਰਫ਼ਤਾਰ ਕਾਫੀ ਮੱਧਮ ਪਈ। ਜਨਵਰੀ ਮਹੀਨੇ 24,000 ਤੋਂ ਵੱਧ, ਫਰਵਰੀ ਮਹੀਨੇ 23,000 ਤੋਂ ਵੱਧ, ਇਸ ਤੋਂ ਬਾਅਦ ਮਾਰਚ ਮਹੀਨੇ ਦੇ ਵਿੱਚ 21,000 ਤੋਂ ਵੱਧ ਇਮੀਗ੍ਰੈਂਟਸ ਦਾ ਕੈਨੇਡਾ ਵੱਲੋਂ ਸਵਾਗਤ ਕੀਤਾ ਗਿਆ। ਨਵੇਂ ਇਮੀਗ੍ਰੇਸ਼ਨ ਲੈਵਲਸ ਪਲਾਨ ਦੇ ਤਹਿਤ ਟੀਚਾ ਤੈਅ ਕੀਤਾ ਗਿਆ ਕਿ ਇਸ ਸਾਲ 4,01,000 ਇਮੀਗ੍ਰੈਂਟਸ ਦਾ ਸਵਾਗਤ ਕੀਤਾ ਜਾਵੇਗਾ, ਪਰ ਜੋ ਹੁਣ ਰਫ਼ਤਾਰ ਇਮੀਗ੍ਰੇਸ਼ਨ ਦੀ ਘੱਟ ਪੈ ਰਹੀ ਹੈ ਉਸ ਤੋਂ ਬਾਅਦ ਇਹ ਸਵਾਲ ਖੜਾ ਹੋ ਰਿਹਾ ਹੈ ਕਿ ਕੀ ਇਹ ਟਾਰਗੇਟ ਪੂਰਾ ਹੋ ਸਕੇਗਾ, ਕਿਉਂਕਿ ਪਿਛਲੇ ਸਾਲ ਦਾ ਵੀ ਕਰੋਨਾ ਵਾਇਰਸ ਦੇ ਕਾਰਨ ਟੀਚਾ ਪੂਰਾ ਨਹੀਂ ਹੋ ਸਕਿਆ। ਕੈਨੇਡਾ ਦੇ ਵਿੱਚ ਹੁਣ ਇਮੀਗ੍ਰੇਸ਼ਨ ਲੈਵਲ ਘੱਟ ਹੋਣ ਲੱਗਾ ਹੈ। ਅਪ੍ਰੈਲ ਮਹੀਨੇ ਦੌਰਾਨ ਕੈਨੇਡਾ ਵੱਲੋਂ 21,105 ਨਵੇਂ ਇਮੀਗ੍ਰੈਂਟਸ ਦਾ ਸਵਾਗਤ ਕੀਤਾ ਗਿਆ, ਜੋ ਕਿ ਪਹਿਲਾਂ ਦੇ ਮੁਕਾਬਲੇ ਘੱਟ ਹੈ।
ਇਮੀਗ੍ਰੇਸ਼ਨ ਰੈਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਵੱਲੋਂ ਜੋ ਅੰਕੜਾ ਸਾਂਝਾ ਕੀਤਾ ਗਿਆ ਉਸ ਨੂੰ ਦੇਖ ਕੇ ਪਤਾ ਚੱਲਦਾ ਹੈ ਕਿ ਪਹਿਲਾਂ ਦੇ ਮੁਕਾਬਲੇ ਹੁਣ ਕੁਝ ਮਹੀਨਿਆਂ ਦੌਰਾਨ ਇਮੀਗ੍ਰੇਸ਼ਨ ਲੈਵਲ ਘੱਟ ਹੋਣ ਲੱਗਿਆ ਹੈ। ਜਨਵਰੀ ਮਹੀਨੇ 24,680 ਨਵੇਂ ਇਮੀਗ੍ਰੈਂਟਸ ਦਾ ਸਵਾਗਤ ਕੀਤਾ ਗਿਆ ਜੋ ਕਿ ਫਰਵਰੀ ਮਹੀਨੇ 23,395 ਰਿਹਾ। ਮਾਰਚ ਮਹੀਨੇ ਇਹ ਅੰਕੜਾ 21,105 ਦੇ ਉੱਪਰ ਪਹੁੰਚ ਗਿਆ। ਕੈਨੇਡਾ ਵੱਲੋਂ ਜੋ ਇਮੀਗ੍ਰੇਸ਼ਨ ਲੈਵਲਸ ਪਲਾਨ ਲਿਆਂਦਾ ਗਿਆ ਉਸ ਦੇ ਮੁਤਾਬਕ ਇਸ ਸਾਲ ਦੇ ਵਿੱਚ 4,01,000 ਨਵੇਂ ਇਮੀਗ੍ਰੈਂਟਸ ਦਾ ਸਵਾਗਤ ਕੀਤਾ ਜਾਣਾ ਹੈ। ਪਿਛਲੇ ਸਾਲ ਇਮੀਗ੍ਰੇਸ਼ਨ ਦਾ ਟੀਚਾ ਪੂਰਾ ਨਹੀਂ ਹੋ ਸਕਿਆ, ਜਿਸ ਤੋਂ ਬਾਅਦ ਕੈਨੇਡਾ ਇਸ ਸਾਲ ਆਪਣਾ ਟਾਰਗੇਟ ਪੂਰਾ ਕਰਨ ਦੇ ਲਈ ਕਾਫੀ ਗੰਭੀਰ ਹੈ। 2020 ਦੇ ਦੌਰਾਨ ਇਮੀਗ੍ਰੇਸ਼ਨ ਟਾਰਗੇਟ 3,41,000 ਦਾ ਸੀ, ਜਿਸ ਵਿੱਚੋਂ ਸਿਰਫ 1,84,000 ਹੀ ਇਮੀਗ੍ਰੈਂਟਸ ਆਏ। ਇਹ ਸਭ ਕੁਝ ਕੋਰੋਨਾ ਵਾਇਰਸ ਦੇ ਕਾਰਨ ਹੋਇਆ। ਮਾਰਚ 2020 ਤੋਂ ਹੀ ਕੈਨੇਡਾ ਦੇ ਵਿੱਚ ਕੋਵਿਡ-19 ਦੇ ਚੱਲਦਿਆਂ ਯਾਤਰਾ ਸੰਬੰਧੀ ਸਖਤੀਆਂ ਲਾਗੂ ਹਨ। 1998 ਤੋਂ ਬਾਅਦ 2020 ਦੇ ਵਿੱਚ ਇਮੀਗ੍ਰੇਸ਼ਨ ਕਾਫੀ ਕਮਜ਼ੋਰ ਦੇਖਣ ਨੂੰ ਮਿਲਿਆ। ਹੁਣ ਇੱਥੇ ਇਹ ਵੀ ਸਵਾਲ ਖੜਾ ਹੋ ਰਿਹਾ ਹੈ ਕਿ ਜਿਹੜਾ 4,01,000 ਦਾ ਟੀਚਾ ਤੈਅ ਕੀਤਾ ਗਿਆ ਉਸ ਨੂੰ ਕਿਸ ਤਰ੍ਹਾਂ ਪੂਰਾ ਕੀਤਾ ਜਾਵੇਗਾ, ਕਿਉਂਕਿ ਪਿਛਲੇ 2 ਮਹੀਨਿਆਂ ਦੌਰਾਨ ਇਮੀਗ੍ਰੇਸ਼ਨ ਲੈਵਲ ਘੱਟ ਰਿਹਾ। ਕੈਨੇਡਾ ਸਰਕਾਰ ਵੱਲੋਂ ਯਾਤਰਾ ਸੰਬੰਧੀ ਢਿੱਲ ਬਾਰੇ ਵੀ ਯੋਜਨਾ ਤਿਆਰ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਕਈ ਐਕਸਪ੍ਰੈਸ ਐਂਟਰੀ ਅਤੇ PNP ਡਰਾਅ ਵੀ ਕੱਢੇ ਜਾ ਰਹੇ ਨੇ ਤਾਂ ਕਿ ਜੋ ਟੀਚਾ ਮਿੱਥਿਆ ਗਿਆ ਉਸ ਨੂੰ ਪੂਰਾ ਕੀਤਾ ਜਾ ਸਕੇ। ਜਿਹੜੇ ਮੌਜੂਦਾ ਸਮੇਂ ਕੈਨੇਡਾ ਦੇ ਵਿੱਚ ਰਹਿ ਰਹੇ ਨੇ ਉਹਨਾਂ ਨੂੰ PR ਹਾਸਲ ਕਰਨ ਦੇ ਲਈ ਪਹਿਲ ਦੇ ਆਧਾਰ ਦੇ ਉੱਪਰ ਮੌਕਾ ਦਿੱਤਾ ਜਾ ਰਿਹਾ ਹੈ। ਕੈਨੇਡਾ ਨੂੰ ਜੌਨਸਨ ਟੀਕੇ ਦੀ ਸ਼ਿਪਮੈਂਟ ਮਿਲਣ ਜਾ ਰਹੀ ਹੈ। ਇਸ ਤੋਂ ਪਹਿਲਾਂ ਜੋ ਜੌਨਸਨ ਟੀਕੇ ਵੱਲੋਂ ਡੋਜ਼ਸ ਭੇਜੀਆਂ ਗਈਆਂ ਸਨ ਉਸ ਨੂੰ ਮੈਨੂਫੈਕਚਰਿੰਗ ਦੇ ਵਿੱਚ ਜੋ ਦਿੱਕਤ ਆਈ ਉਸ ਦੇ ਕਾਰਨ ਹੋਲਡ ਦੇ ਉੱਪਰ ਰੱਖਿਆ ਗਿਆ, ਪਰ ਹੁਣ ਜੂਨ ਮਹੀਨੇ ਦੌਰਾਨ 3 ਲੱਖ ਦੇ ਕਰੀਬ ਡੋਜ਼ਸ ਇਸ ਟੀਕੇ ਦੇ ਕੈਨੇਡਾ ਨੂੰ ਮਿਲਣ ਵਾਲੇ ਨੇ। ਜੂਨ ਮਹੀਨੇ ਕੈਨੇਡਾ ਨੂੰ ਜੌਨਸਨ ਐਂਡ ਜੌਨਸਨ ਵੈਕਸੀਨ ਦੀ ਸ਼ਿਪਮੈਂਟ ਮਿਲਣ ਜਾ ਰਹੀ ਹੈ। ਜਾਣਕਾਰੀ ਦੇ ਮੁਤਾਬਕ ਇਸ ਮਹੀਨੇ ਦੇ ਆਖਿਰ ਤੱਕ ਕੈਨੇਡਾ ਨੂੰ 3 ਲੱਖ ਜੌਨਸਨ ਟੀਕੇ ਮਿਲਣਗੇ। ਡਾਇਰੈਕਟਰ ਜਨਰਲ ਰਿਸਪੌਂਸਿਬਲ ਫਾਰ ਵੈਕਸੀਨ ਪ੍ਰੋਕਿਊਰਮੈਂਟ ਵੱਲੋਂ ਇਸ ਦੀ ਜਾਣਕਾਰੀ ਪ੍ਰੈਸ ਕਾਨਫਰੰਸ ਦੇ ਵਿੱਚ ਸਾਂਝੀ ਕੀਤੀ ਗਈ, ਜਿੱਥੇ ਉਹਨਾਂ ਨੇ ਦੱਸਿਆ ਹੈ ਕਿ ਯੂਨਾਈਟਿਡ ਸਟੇਟਸ ਤੋਂ ਉਹਨਾਂ ਨੂੰ ਇਸ ਟੀਕੇ ਦੀ ਸ਼ਿਪਮੈਂਟ ਆਉਣ ਵਾਲੀ ਹੈ। ਅਜੇ ਇਹ ਤਾਂ ਸਪਸ਼ਟ ਨਹੀਂ ਹੋਇਆ ਕਿ ਇਹ ਡੋਜ਼ਸ ਉਸੇ US ਦੇ ਪਲਾਂਟ ਤੋਂ ਆਉਣਗੀਆਂ ਜਿੱਥੋਂ ਪਹਿਲਾਂ ਸ਼ਿਪਮੈਂਟ ਕੈਨੇਡਾ ਨੂੰ ਪਹੁੰਚੀ ਸੀ, ਜੋ ਕਿ ਅਜੇ ਵੀ ਹੋਲਡ ਦੇ ਉੱਪਰ ਰੱਖੀ ਗਈ ਹੈ। ਇਸ ਤੋਂ ਪਹਿਲਾਂ ਕੈਨੇਡਾ ਨੂੰ 3,10,000 ਡੋਜ਼ਸ ਮਿਲੇ ਸਨ, ਜਿਸ ਨੂੰ ਅਜੇ ਵੀ ਹੋਲਡ ਦੇ ਉੱਪਰ ਰੱਖਿਆ ਗਿਆ ਹੈ ਕਿਉਂਕਿ ਇਸ ਟੀਕੇ ਦੇ ਨਾਲ ਕੁਆਲਿਟੀ ਦਾ ਇਸ਼ੂ ਸਾਹਮਣੇ ਆਇਆ ਸੀ। ਇਸ ਤੋਂ ਪਹਿਲਾਂ ਨਿਊਯਾਰਕ ਟਾਈਮਜ਼ ਦੀ ਇੱਕ ਰਿਪੋਰਟ ਸਾਹਮਣੇ ਆਈ, ਜਿਸ ਦੇ ਮੁਤਾਬਕ FDA ਵੱਲੋਂ 60 ਮਿਲੀਅਨ ਡੋਜ਼ਸ ਜੌਨਸਨ ਟੀਕੇ ਦੇ ਡਿਸਕਾਰਡ ਕਰਨ ਦੇ ਲਈ ਕਿਹਾ ਗਿਆ। ਇਹ ਉਹ ਡੋਜ਼ਸ ਹਨ ਜਿਨ੍ਹਾਂ ਦੇ ਨਾਲ ਦਿੱਕਤ ਜੁੜੀ ਹੋਈ ਹੈ। ਯੂਰਪੀਅਨ ਮੈਡੀਸਿਨ ਏਜੰਸੀ ਵੱਲੋਂ ਇਹ ਸਪਸ਼ਟ ਨਹੀਂ ਕੀਤਾ ਗਿਆ ਕਿ ਕਿੰਨੇ ਸ਼ਾਟਸ ਪ੍ਰਭਾਵਿਤ ਹੋਏ ਨੇ, ਪਰ ਇਸ ਦੇ ਨਾਲ ਜੌਨਸਨ ਐਂਡ ਜੌਨਸਨ ਵੈਕਸੀਨ ਨੂੰ ਆਪਣਾ ਟੀਚਾ ਪੂਰਾ ਕਰਨ ਦੇ ਵਿੱਚ ਕਾਫੀ ਦਿੱਕਤ ਆਉਣ ਵਾਲੀ ਹੈ, ਕਿਉਂਕਿ ਉਹਨਾਂ ਵੱਲੋਂ ਜੂਨ ਦੇ ਆਖਿਰ ਤੱਕ ਯੂਰਪ ਨੂੰ 55 ਮਿਲੀਅਨ ਟੀਕਿਆਂ ਦੀ ਡਿਲੀਵਰੀ ਦੇਣੀ ਸੀ। ਮੌਸਮ ਵਿਭਾਗ ਵੱਲੋਂ ਵੈਨਕੂਵਰ ਦੀ ਵੈਦਰ ਅਪਡੇਟ ਸਾਂਝੀ ਕੀਤੀ ਗਈ ਹੈ, ਜਿੱਥੇ ਉਹਨਾਂ ਨੇ ਦੱਸਿਆ ਹੈ ਕਿ ਆਉਣ ਵਾਲੇ ਕੁਝ ਦਿਨਾਂ ਦੌਰਾਨ ਹਲਕੀ ਬੂੰਦਾਬਾਂਦੀ ਜਾਣੀ ਕਿ ਸ਼ਾਵਰਸ ਰਹਿਣ ਵਾਲੇ ਨੇ। ਇਸ ਖਬਰ ਦੇ ਵਿੱਚ ਦੱਸਾਂਗੇ ਕਿ ਅੱਜ ਅਤੇ ਆਉਣ ਵਾਲੇ ਕੁਝ ਦਿਨਾਂ ਦੌਰਾਨ ਵੈਨਕੂਵਰ ਦੇ ਵਿੱਚ ਕਿਹੋ ਜਿਹਾ ਮੌਸਮ ਰਹੇਗਾ। ਵੈਨਕੂਵਰ ਦੇ ਵਿੱਚ ਕਿਹੋ ਜਿਹਾ ਵੈਦਰ ਰਹਿਣ ਵਾਲਾ ਹੈ, ਇਸ ਦੇ ਬਾਰੇ ਵਿੱਚ ਜਾਣਕਾਰੀ ਸਾਹਮਣੇ ਆਈ ਹੈ। ਅੱਜ ਵੈਨਕੂਵਰ ਦੇ ਵਿੱਚ ਬੱਦਲਵਾਈ ਰਹਿਣ ਦੀ ਸੰਭਾਵਨਾ ਹੈ ਤੇ ਰਾਤ ਸਮੇਂ ਤਾਪਮਾਨ 18 ਡਿਗਰੀ ਸੈਲਸੀਅਸ ਹੋ ਸਕਦਾ ਹੈ। ਸ਼ਨੀਵਾਰ ਵਾਲੇ ਦਿਨ ਦੀ ਸ਼ੁਰੂਆਤ ਸ਼ਾਵਰਸ ਦੇ ਨਾਲ ਹੋਵੇਗੀ। ਦੁਪਹਿਰ ਸਮੇਂ ਧੁੱਪ ਅਤੇ ਬੱਦਲਵਾਈ ਜਿਹਾ ਮੌਸਮ ਰਹਿਣ ਵਾਲਾ ਹੈ। ਐਤਵਾਰ ਅਤੇ ਸੋਮਵਾਰ ਵਾਲੇ ਦਿਨ ਵੀ ਸ਼ਾਵਰਸ ਹੋ ਸਕਦੇ ਨੇ। ਦੋਨਾਂ ਦਿਨਾਂ ਦੇ ਉੱਪਰ ਤਾਪਮਾਨ 22 ਡਿਗਰੀ ਸੈਲਸੀਅਸ ਰਹਿ ਸਕਦਾ ਹੈ। ਅੱਜ ਵੈਨਕੂਵਰ ਦੇ ਵਿੱਚ ਬੱਦਲਵਾਈ ਰਹੇਗੀ, ਨਾਲ ਹੀ 60% ਸ਼ਾਵਰਸ ਦੇ ਵੀ ਚਾਂਸਸ ਹਨ। ਇਸ ਦੇ ਨਾਲ ਹੀ ਕੁਝ ਜਗ੍ਹਾ ਦੇ ਉੱਪਰ ਹਵਾਵਾਂ ਚੱਲਣ ਦੀ ਵੀ ਸੰਭਾਵਨਾ ਹੈ। ਰਾਤ ਸਮੇਂ ਬੱਦਲਵਾਈ ਰਹੇਗੀ, ਨਾਲ ਹੀ 60% ਸ਼ਾਵਰਸ ਦੇ ਵੀ ਚਾਂਸ ਹਨ। ਕੱਲ੍ਹ ਨੂੰ ਵੀ ਕਈ ਜਗ੍ਹਾ ਦੇ ਉੱਪਰ ਸ਼ਾਵਰ ਹੋ ਸਕਦੇ ਨੇ। ਇਸ ਸਭ ਦੀ ਜਾਣਕਾਰੀ ਇਨਵਾਇਰਨਮੈਂਟ ਐਂਡ ਕਲਾਈਮੇਟ ਚੇਂਜ ਕੈਨੇਡਾ ਵੱਲੋਂ ਸਾਂਝੀ ਕੀਤੀ ਗਈ ਹੈ, ਜਿੱਥੇ ਉਹਨਾਂ ਨੇ ਦੱਸਿਆ ਹੈ ਕਿ ਵੈਨਕੂਵਰ ਦੇ ਵਿੱਚ ਕਿਸ ਤਰ੍ਹਾਂ ਦਾ ਮੌਸਮ ਰਹੇਗਾ। ਅੱਜ ਅਤੇ ਆਉਣ ਵਾਲੇ ਕੁਝ ਦਿਨਾਂ ਸੰਬੰਧੀ ਅਪਡੇਟ ਸਾਂਝੀ ਕੀਤੀ ਗਈ ਹੈ, ਜਿੱਥੇ ਦੱਸਿਆ ਗਿਆ ਹੈ ਕਿ ਕਈ ਦਿਨਾਂ ਤੱਕ ਸ਼ਾਵਰਸ ਹੋਣ ਦੀ ਸੰਭਾਵਨਾ ਹੈ। ਕੈਨੇਡਾ ਦੇ ਵੱਖ-ਵੱਖ ਸੂਬਿਆਂ ਵੱਲੋਂ ਕੋਵਿਡ ਕਾਰਨ ਜੋ ਪਾਬੰਦੀਆਂ ਲਗਾਈਆਂ ਗਈਆਂ ਉਸ ਦੇ ਵਿੱਚ ਰਾਹਤ ਦਿੱਤੀ ਜਾ ਰਹੀ ਹੈ। ਵੱਖ-ਵੱਖ ਪ੍ਰੋਵਿੰਸਸ ਨੇ ਆਪਣੇ ਰੀਓਪਨਿੰਗ ਪਲਾਨ ਸਾਂਝੇ ਕਰ ਦਿੱਤੇ ਨੇ, ਪਰ ਦੂਜੇ ਪਾਸੇ ਮਾਹਰਾਂ ਵੱਲੋਂ ਡੈਲਟਾ ਵੇਰੀਐਂਟ ਦੇ ਨਾਲ ਸੰਬੰਧਿਤ ਆਪਣੀ ਚਿੰਤਾ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ। ਉਹਨਾਂ ਦਾ ਕਹਿਣਾ ਹੈ ਕਿ ਇਹ ਵਾਇਰਸ ਤੇਜ਼ੀ ਦੇ ਨਾਲ ਫੈਲਦਾ ਹੈ ਤੇ ਕੈਨੇਡਾ ਦੇ ਵੱਖ-ਵੱਖ ਸੂਬਿਆਂ ਦੇ ਵਿੱਚ ਇਹ ਵੇਰੀਐਂਟ ਪਾਇਆ ਵੀ ਗਿਆ ਹੈ ਤੇ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਹੈ ਕਿ ਜੋ ਰੀਓਪਨਿੰਗ ਹੈ ਉਸ ਨੂੰ ਇਹ ਵੇਰੀਐਂਟ ਪ੍ਰਭਾਵਿਤ ਕਰ ਸਕਦਾ ਹੈ।
ਕੈਨੇਡਾ ਦੇ ਵੱਖ-ਵੱਖ ਪ੍ਰੋਵਿੰਸਸ ਨੇ ਆਪਣੇ ਰੀਓਪਨਿੰਗ ਪਲਾਨ ਸਾਂਝੇ ਕੀਤੇ। ਜੋ ਲੰਬੇ ਸਮੇਂ ਤੋਂ ਕੋਰੋਨਾ ਕਾਰਨ ਪਾਬੰਦੀਆਂ ਲਗਾਈਆਂ ਗਈਆਂ ਉਸ ਦੇ ਵਿੱਚ ਹੁਣ ਢਿੱਲ ਦਿੱਤੀ ਜਾ ਰਹੀ ਹੈ। ਪਰ ਦੂਜੇ ਪਾਸੇ ਡੈਲਟਾ ਕੋਵਿਡ-19 ਵੇਰੀਐਂਟ ਦੀ ਚਿੰਤਾ ਵੀ ਸਤਾਉਣ ਲੱਗੀ ਹੈ। ਵੱਖ-ਵੱਖ ਪ੍ਰੋਵਿੰਸਸ ਦੇ ਵਿੱਚ ਜੋ ਵੱਡੇ ਪੱਧਰ ਤੇ ਹੋਣ ਵਾਲੇ ਸਮਾਗਮ ਨੇ ਉਹਨਾਂ ਨੂੰ ਰੱਦ ਕੀਤਾ ਗਿਆ। ਇਸ ਦਾ ਕਾਰਨ ਕੋਰੋਨਾ ਵੇਰੀਐਂਟ ਹੈ। ਵੱਖ-ਵੱਖ ਸੂਬਿਆਂ ਵੱਲੋਂ ਆਊਟਡੋਰ ਡਾਈਨਿੰਗ ਅਤੇ ਗੈਦਰਿੰਗ ਦੇ ਵਿੱਚ ਢਿੱਲ ਦਿੱਤੀ ਜਾ ਰਹੀ ਹੈ। ਇਸ ਦੇ ਉੱਪਰ ਹੁਣ ਮਾਹਰਾਂ ਵੱਲੋਂ ਡੈਲਟਾ ਵੇਰੀਐਂਟ ਦੇ ਨਾਲ ਸੰਬੰਧਿਤ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ, ਜਿੱਥੇ ਉਹਨਾਂ ਨੇ ਦੱਸਿਆ ਹੈ ਕਿ ਡੈਲਟਾ ਵੇਰੀਐਂਟ ਰੀਓਪਨਿੰਗ ਪਲਾਨਸ ਦੇ ਉੱਪਰ ਭਾਰੀ ਪੈ ਸਕਦਾ ਹੈ। ਇਸ ਸਮੇਂ ਯੂਕੇ ਦੇ ਵਿੱਚ ਵੀ ਡੈਲਟਾ ਵੇਰੀਐਂਟ ਦਾ ਫੈਲਾਅ ਦੇਖਿਆ ਜਾ ਰਿਹਾ ਹੈ। ਮੌਜੂਦਾ ਸਮੇਂ ਜਿੰਨੇ ਕੋਵਿਡ-19 ਦੇ ਕੇਸ ਨੇ, ਇਹਨਾਂ ਵਿੱਚੋਂ 91% ਕੇਸ ਡੈਲਟਾ ਵੇਰੀਐਂਟ ਦੇ ਨਾਲ ਜੁੜੇ ਹੋਏ ਨੇ। ਕੈਨੇਡਾ ਦੇ ਅਲਬਰਟਾ, ਬ੍ਰਿਟਿਸ਼ ਕੋਲੰਬੀਆ, ਮੈਨੀਟੋਬਾ, ਸਸਕੈਚੁਆਨ ਅਤੇ ਓਨਟਾਰੀਓ ਦੇ ਵਿੱਚ ਡੈਲਟਾ ਵੇਰੀਐਂਟ ਪਾਇਆ ਗਿਆ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਹੁਣ ਤੱਕ 501 ਡੈਲਟਾ ਵੇਰੀਐਂਟ ਦੇ ਕੇਸ ਸਾਹਮਣੇ ਆ ਚੁੱਕੇ ਨੇ। ਅਲਬਰਟਾ ਦੇ ਵਿੱਚ ਜੂਨ 8 ਤੱਕ 208 ਡੈਲਟਾ ਵੇਰੀਐਂਟ ਦੇ ਮਾਮਲੇ ਸਾਹਮਣੇ ਆਏ। ਇਹ ਜਾਣਕਾਰੀ ਪ੍ਰੋਵਿੰਸ਼ੀਅਲ ਡਾਟਾ ਤੋਂ ਸਾਹਮਣੇ ਆਈ ਹੈ। ਓਨਟਾਰੀਓ ਵੱਲੋਂ ਇਸ ਵੇਰੀਐਂਟ ਦੇ ਨਾਲ ਸੰਬੰਧਿਤ ਚਿੰਤਾ ਦਾ ਪ੍ਰਗਟਾਵਾ ਕੀਤਾ ਜਾ ਚੁੱਕਿਆ ਹੈ। ਭਾਰਤ ਦੇ ਵਿੱਚ ਇਸ ਵੇਰੀਐਂਟ ਨੇ ਕਾਫੀ ਜ਼ਿਆਦਾ ਕਹਿਰ ਮਚਾਇਆ। ਓਨਟਾਰੀਓ ਵੱਲੋਂ ਇਸ ਵੇਰੀਐਂਟ ਨੂੰ ਬਹੁਤ ਜ਼ਿਆਦਾ ਗੰਭੀਰਤਾ ਦੇ ਨਾਲ ਲਿਆ ਜਾ ਰਿਹਾ ਹੈ, ਜਿਸ ਦੇ ਕਰਕੇ ਵੈਕਸੀਨੇਸ਼ਨ ਸਟ੍ਰੈਟੇਜੀ ਵੀ ਅਪਣਾਈ ਜਾ ਰਹੀ ਹੈ। ਓਨਟਾਰੀਓ ਵੱਲੋਂ ਹਾਲ ਹੀ ਦੇ ਵਿੱਚ ਐਲਾਨ ਕੀਤਾ ਗਿਆ ਕਿ ਜਿਹੜੇ ਡੈਲਟਾ ਹੌਟਸਪੌਟਸ ਨੇ ਉੱਥੇ ਸਭ ਤੋਂ ਪਹਿਲਾਂ ਕੋਵਿਡ-19 ਵੈਕਸੀਨ ਦੀ ਦੂਸਰੀ ਡੋਜ਼ ਲਗਾਈ ਜਾਵੇਗੀ। ਇਸ ਦੇ ਬਾਰੇ ਵਿੱਚ ਡਿਪਾਰਟਮੈਂਟ ਆਫ ਮਾਈਕਰੋਬਾਇਓਲੋਜੀ, ਇਮਿਊਨੋਲੋਜੀ ਅਤੇ ਇਨਫੈਕਸ਼ੀਅਸ ਡਿਜ਼ੀਜ਼ਜ਼ ਦੇ ਐਸੋਸੀਏਟ ਪ੍ਰੋਫੈਸਰ ਨੇ ਕਿਹਾ ਹੈ ਕਿ ਡੈਲਟਾ ਵੇਰੀਐਂਟ ਦੇ ਖਿਲਾਫ ਵੈਕਸੀਨ ਦਾ ਪਹਿਲਾ ਡੋਜ਼ ਤੇ ਨਾ ਹੀ ਦੂਸਰਾ ਡੋਜ਼ ਅਸਰਦਾਰ ਹੈ। ਉਹਨਾਂ ਨੇ ਕਿਹਾ ਕਿ ਜਿਨ੍ਹਾਂ ਵੱਲੋਂ ਕੋਵਿਡ-19 ਵੈਕਸੀਨ ਦੇ ਦੋਨੋਂ ਡੋਜ਼ ਵੀ ਲਗਵਾ ਲਏ ਗਏ ਨੇ, ਉਹਨਾਂ ਨੂੰ ਵੀ ਪੂਰੀ ਤਰ੍ਹਾਂ ਦੇ ਨਾਲ ਇਸ ਵੇਰੀਐਂਟ ਤੋਂ ਪ੍ਰੋਟੈਕਸ਼ਨ ਨਹੀਂ ਮਿਲੀ। ਓਨਟਾਰੀਓ ਦੇ ਹੋਟਲ ਰੈਸਟੋਰੈਂਟ ਕਾਰੋਬਾਰੀਆਂ ਵੱਲੋਂ ਹੁਣ ਕਰਮਚਾਰੀਆਂ ਦੀ ਭਾਲ ਕੀਤੀ ਜਾ ਰਹੀ ਹੈ। ਕੋਰੋਨਾ ਵਾਇਰਸ ਦੇ ਕਾਰਨ ਵੱਖ-ਵੱਖ ਚੀਜ਼ਾਂ ਬੰਦ ਕੀਤੀਆਂ ਗਈਆਂ। ਕਾਫੀ ਲੰਬੇ ਸਮੇਂ ਤੋਂ ਰੈਸਟੋਰੈਂਟ ਵੀ ਬੰਦ ਪਏ ਨੇ। ਜਿਹੜੇ ਸਟਾਫ ਇੱਥੇ ਕੰਮ ਕਰਦੇ ਸਨ ਉਹ ਹੁਣ ਨੌਕਰੀ ਛੱਡ ਕੇ ਕਿਸੇ ਹੋਰ ਜਗ੍ਹਾ ਦੇ ਉੱਪਰ ਨੌਕਰੀ ਕਰਨ ਲੱਗੇ ਨੇ, ਜਿਸ ਦੇ ਚੱਲਦਿਆਂ ਓਨਟਾਰੀਓ ਦੇ ਵਿੱਚ ਰੈਸਟੋਰੈਂਟ ਕਾਰੋਬਾਰੀਆਂ ਵੱਲੋਂ ਹੁਣ ਨਵੇਂ ਸਟਾਫ ਦੀ ਭਾਲ ਕੀਤੀ ਜਾ ਰਹੀ ਹੈ। ਓਨਟਾਰੀਓ ਦੇ ਰੈਸਟੋਰੈਂਟ ਵੱਲੋਂ ਨਵੇਂ ਸਟਾਫ ਦੀ ਭਾਲ ਕੀਤੀ ਜਾ ਰਹੀ ਹੈ, ਕਿਉਂਕਿ ਉਹਨਾਂ ਦਾ ਬਹੁਤਾ ਸਟਾਫ ਅਜਿਹਾ ਹੈ ਜਿਨ੍ਹਾਂ ਨੇ ਵਾਪਸ ਆਉਣ ਤੋਂ ਮਨਾ ਕਰ ਦਿੱਤਾ। ਓਨਟਾਰੀਓ ਦੇ ਵਿੱਚ ਕਾਫੀ ਲੰਬੇ ਸਮੇਂ ਤੋਂ ਬੰਦ ਪਏ ਰੈਸਟੋਰੈਂਟ ਖੋਲ੍ਹਣ ਦੀ ਤਿਆਰੀ ਕੀਤੀ ਜਾ ਰਹੀ ਹੈ। ਕੋਵਿਡ ਵਾਇਰਸ ਦੇ ਕਰਕੇ ਕੈਨੇਡਾ ਦੀਆਂ ਵੱਖ-ਵੱਖ ਥਾਵਾਂ ਦੇ ਉੱਪਰ ਕਾਰੋਬਾਰ ਬੰਦ ਕੀਤੇ ਗਏ, ਜਿਸ ਦੇ ਕਾਰਨ ਰੈਸਟੋਰੈਂਟ ਵੀ ਬੰਦ ਕੀਤੇ ਗਏ ਸਨ। ਪਰ ਹੁਣ ਪ੍ਰੋਵਿੰਸਸ ਦੇ ਵੱਲੋਂ ਆਪਣੇ ਰੀਓਪਨਿੰਗ ਪਲਾਨ ਸਾਂਝੇ ਕੀਤੇ ਜਾ ਰਹੇ ਹਨ, ਜਿਸ ਦੇ ਵਿੱਚ ਹੁਣ ਪੜਾਅਵਾਰ ਚੀਜ਼ਾਂ ਦੇ ਵਿੱਚ ਢਿੱਲ ਦਿੱਤੀ ਜਾਵੇਗੀ। ਓਨਟਾਰੀਓ ਦੇ ਰੈਸਟੋਰੈਂਟ ਵਿੱਚ ਕੰਮ ਕਰਨ ਵਾਲਾ 50 ਤੋਂ 60% ਸਟਾਫ ਅਜਿਹਾ ਹੈ ਜਿਨ੍ਹਾਂ ਵੱਲੋਂ ਇੰਡਸਟਰੀ ਹੀ ਛੱਡ ਦਿੱਤੀ ਗਈ। ਇਹ ਸਟਾਫ ਹੁਣ ਕਿਤੇ ਹੋਰ ਨੌਕਰੀ ਕਰ ਰਿਹਾ ਹੈ। ਸਟੈਟਿਸਟਿਕਸ ਕੈਨੇਡਾ ਨੇ ਜਾਣਕਾਰੀ ਸਾਂਝੀ ਕੀਤੀ ਹੈ, ਜਿੱਥੇ ਉਹਨਾਂ ਨੇ ਦੱਸਿਆ ਫੂਡ ਸਰਵਿਸਿਜ਼ ਇੰਡਸਟਰੀ ਦੇ ਵਿੱਚ ਕੰਮ ਕਰਨ ਵਾਲੇ 30% ਘੱਟ ਹੋਏ ਨੇ। ਇਸ ਖੇਤਰ ਦੇ ਵਿੱਚ ਫਰਵਰੀ 2020 ਦੇ ਦੌਰਾਨ ਓਵਰਆਲ 2/3 ਇੰਪਲੋਇਮੈਂਟ ਘੱਟ ਹੋਈ। 45% ਫੂਡ ਸਰਵਿਸ ਬਿਜ਼ਨਸ ਅਜਿਹਾ ਸੀ ਜਿਹੜੇ ਲਗਾਤਾਰ ਪੈਸੇ ਗਵਾ ਰਹੇ ਸਨ। 72% ਅਜਿਹੇ ਕਾਰੋਬਾਰ ਹਨ ਜਿਨ੍ਹਾਂ ਵੱਲੋਂ ਲਾਸ ਜਾਣੀ ਘਾਟੇ ਦੇ ਕਾਰਨ ਵੀ ਆਪਣੇ ਕਾਰੋਬਾਰ ਚਲਾਏ ਜਾ ਰਹੇ ਨੇ। ਇਹਨਾਂ ਕਾਰੋਬਾਰਾਂ ਵੱਲੋਂ ਪ੍ਰੋਫਿਟ ਦੀ ਉਮੀਦ ਕੀਤੀ ਜਾ ਰਹੀ ਹੈ। ਵੱਖ-ਵੱਖ ਖੇਤਰਾਂ ਦੇ ਨਾਲ ਜੁੜੇ ਹੋਏ ਕਰਮਚਾਰੀਆਂ ਨੂੰ ਕੋਵਿਡ-19 ਦੇ ਕਾਰਨ ਵਾਪਸ ਭੇਜਿਆ ਗਿਆ ਸੀ, ਪਰ ਹੁਣ ਜਿਵੇਂ ਹੀ ਪ੍ਰੋਵਿੰਸਸ ਵੱਲੋਂ ਚੀਜ਼ਾਂ ਨੂੰ ਮੁੜ ਤੋਂ ਖੋਲ੍ਹਣ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ ਤੇ ਵੱਖ-ਵੱਖ ਕਾਰੋਬਾਰ ਦੇ ਨਾਲ ਸੰਬੰਧਿਤ ਆਪਣੇ ਕਰਮਚਾਰੀਆਂ ਨੂੰ ਵਾਪਸ ਬੁਲਾ ਰਹੇ ਨੇ। ਅਜਿਹੇ ਦੇ ਵਿੱਚ ਓਨਟਾਰੀਓ ਤੋਂ ਇਹ ਜਾਣਕਾਰੀ ਮਿਲੀ ਹੈ ਕਿ ਹੁਣ ਇੱਥੇ ਨਵੇਂ ਸਟਾਫ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਕਿਉਂਕਿ ਪੁਰਾਣੇ ਸਟਾਫ ਵੱਲੋਂ ਨੌਕਰੀ ਛੱਡ ਦਿੱਤੀ ਗਈ ਹੈ। ਖਬਰ ਬ੍ਰਿਟਿਸ਼ ਕੋਲੰਬੀਆ ਡਰਾਈਵਰਸ ਦੇ ਲਈ ਹੈ, ਜਿੱਥੇ ਹੁਣ ਉਹਨਾਂ ਨੂੰ ਫਾਇਦਾ ਹੋਣ ਵਾਲਾ ਹੈ। ਇਹਨਾਂ ਡਰਾਈਵਰਾਂ ਨੂੰ $120 ਤੱਕ ਦੇ ਚੈੱਕ ਮਿਲਣ ਜਾ ਰਹੇ ਨੇ। ਜੀ ਹਾਂ, ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਹੁਣ ਇੱਕ ਵਾਰ ਫਿਰ ਤੋਂ ਰਿਬੇਟ ਦਿੱਤੀ ਜਾਵੇਗੀ। ICBC ਵੱਲੋਂ ਇਸ ਸੰਬੰਧੀ ਐਲਾਨ ਕੀਤਾ ਗਿਆ, ਜਿੱਥੇ ਉਹਨਾਂ ਨੇ ਦੱਸਿਆ ਹੈ ਕਿ ਇੱਕ ਵਾਰ ਫਿਰ ਤੋਂ ਡਰਾਈਵਰਾਂ ਨੂੰ ਰਿਬੇਟ ਦਿੱਤੀ ਜਾਵੇਗੀ। ਬ੍ਰਿਟਿਸ਼ ਕੋਲੰਬੀਆ ਵੱਲੋਂ ਦੂਸਰਾ ICBC ਕੋਵਿਡ-19 ਰਿਬੇਟ ਦਿੱਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ICBC ਗ੍ਰਾਹਕਾਂ ਨੂੰ ਹੋਰ ਵੀ ਮਨੀ ਬੈਕ ਮਿਲੇਗਾ। ਡਰਾਈਵਰਾਂ ਨੂੰ $120 ਤੱਕ ਦਾ ਰਿਬੇਟ ਆ ਸਕਦਾ ਹੈ। ਇੱਕ ਵਾਰ ਪਹਿਲਾਂ ਵੀ ICBC ਵੱਲੋਂ ਰਿਬੇਟ ਦਿੱਤਾ ਗਿਆ ਸੀ ਤੇ ਹੁਣ ਇੱਕ ਵਾਰ ਫਿਰ ਤੋਂ ਡਰਾਈਵਰਾਂ ਨੂੰ ਇਹ ਰਿਬੇਟ ਮਿਲਣ ਜਾ ਰਿਹਾ ਹੈ। ਇਸ ਸਮੇਂ ICBC ਦੀ ਫਾਈਨੈਂਸ਼ੀਅਲ ਪੋਜੀਸ਼ਨ ਕਾਫੀ ਜ਼ਿਆਦਾ ਮਜ਼ਬੂਤ ਹੈ। ਐਕਸੀਡੈਂਟ ਦੇ ਕਲੇਮ ਉਮੀਦ ਤੋਂ ਘੱਟ ਮਿਲੇ, ਜਿਸ ਦੇ ਕਰਕੇ ICBC ਨੂੰ ਕਾਫੀ ਫਾਇਦਾ ਹੋਇਆ, ਜਿਸ ਤੋਂ ਬਾਅਦ ਉਹਨਾਂ ਨੇ ਦੂਸਰਾ ਰਿਬੇਟ ਦੇਣ ਦਾ ਫੈਸਲਾ ਕੀਤਾ।
ਇਸ ਦੇ ਨਾਲ ਹੁਣ ਬ੍ਰਿਟਿਸ਼ ਕੋਲੰਬੀਆ ਦੇ ਡਰਾਈਵਰਾਂ ਦੀ ਜੇਬ ਦੇ ਵਿੱਚ ਵੱਧ ਮਨੀ ਬੈਕ ਆਵੇਗਾ। ਮਿਡ ਜੁਲਾਈ ਦੇ ਦੌਰਾਨ ਡਰਾਈਵਰਸ ਨੂੰ $120 ਤੱਕ ਦਾ ਰਿਬੇਟ ਮਿਲ ਸਕਦਾ ਹੈ। ਜ਼ਿਆਦਾਤਰ ਗ੍ਰਾਹਕਾਂ ਜਿਨ੍ਹਾਂ ਦੇ ਕੋਲ ਅਕਤੂਬਰ 1, 2020 ਤੋਂ ਮਾਰਚ 31 ਦੀ ਐਕਟਿਵ ਆਟੋ ਇੰਸ਼ੋਰੈਂਸ ਪਾਲਿਸੀ ਹੈ, ਉਹ ਵੀ ਇਸ ਦੇ ਵਾਸਤੇ ਐਲੀਜੀਬਲ ਹੋਣਗੇ। ਅਕਤੂਬਰ 2020 ਤੋਂ ਮਾਰਚ 31, 2021 ਦੌਰਾਨ ਕੈਸ਼ ਕਲੇਮ 20% ਘੱਟ ਰਿਹਾ। ਇਹ ਰਿਬੇਟ ਇਸ ਦੇ ਉੱਪਰ ਵੀ ਨਿਰਭਰ ਕਰਦਾ ਹੈ ਕਿ ਕਸਟਮਰਸ ਜਾਨੀ ਗ੍ਰਾਹਕਾਂ ਦੇ ਕੋਲ ਇੰਸ਼ੋਰੈਂਸ ਕਿੰਨੇ ਸਮੇਂ ਦੀ ਹੈ। 70% ਗ੍ਰਾਹਕਾਂ ਨੂੰ $60 ਅਤੇ $200 ਤੱਕ ਦਾ ਰਿਬੇਟ ਮਿਲ ਸਕਦਾ ਹੈ। ਓਨਟਾਰੀਓ ਵੱਲੋਂ ਜੋ ਆਪਣਾ ਰੀਓਪਨਿੰਗ ਪਲਾਨ ਸਾਂਝਾ ਕੀਤਾ ਗਿਆ, ਉਸ ਦੇ ਪਹਿਲੇ ਪੜਾਅ ਦੀ ਸ਼ੁਰੂਆਤ ਹੋ ਗਈ ਹੈ। ਇਸ ਖਬਰ ਦੇ ਵਿੱਚ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਕੈਨੇਡਾ ਦੇ ਕਿਸ ਹਿੱਸੇ ਤੋਂ ਕਿੰਨੇ ਕਰੋਨਾ ਦੇ ਮਾਮਲੇ ਸਾਹਮਣੇ ਆਏ। ਦੱਸਾਂਗੇ ਕੈਨੇਡਾ ਦੇ ਵਿੱਚ ਕੀ ਹੈ ਕਰੋਨਾ ਵਾਇਰਸ ਦੀ ਮੌਜੂਦਾ ਸਥਿਤੀ। ਓਨਟਾਰੀਓ ਦੇ ਵਿੱਚ ਕੋਵਿਡ-19 ਵਾਇਰਸ ਦੇ ਕਾਰਨ ਜੋ ਪਾਬੰਦੀਆਂ ਲਗਾਈਆਂ ਗਈਆਂ, ਉਸ ਨੂੰ ਖੋਲ੍ਹਣ ਦੇ ਵਾਸਤੇ ਰੀਓਪਨਿੰਗ ਪਲਾਨ ਦੇ ਪਹਿਲੇ ਪੜਾਅ ਦੀ ਸ਼ੁਰੂਆਤ ਹੋ ਗਈ ਹੈ। ਅਜਿਹੇ ਦੇ ਵਿੱਚ 24 ਘੰਟਿਆਂ ਦੌਰਾਨ 600 ਤੋਂ ਘੱਟ ਕਰੋਨਾ ਦੇ ਮਾਮਲੇ ਸਾਹਮਣੇ ਆਏ। ਮਿਨਿਸਟਰੀ ਆਫ ਹੈਲਥ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਦੇ ਮੁਤਾਬਕ 574 ਕਰੋਨਾ ਦੇ ਮਾਮਲੇ ਸਾਹਮਣੇ ਆਏ। ਯਾਰਕ ਤੋਂ 28 ਕੇਸ, ਹਾਲਟਨ ਤੋਂ 30, ਹੈਮਿਲਟਨ ਤੋਂ 31 ਅਤੇ ਡੋਰਹਮ ਤੋਂ 26 ਮਾਮਲੇ ਸਾਹਮਣੇ ਆਏ ਹਨ। अस्पताल ਦੇ ਵਿੱਚ ਵੀ ਲਗਾਤਾਰ ਮਰੀਜ਼ਾਂ ਦੀ ਗਿਣਤੀ ਘਟ ਹੋ ਰਹੀ ਹੈ। ਮਿਨਿਸਟਰੀ ਦੀ ਜਾਣਕਾਰੀ ਦੇ ਮੁਤਾਬਕ ਇਸ ਸਮੇਂ 499 ਦੇ ਕਰੀਬ ਲੋਕ अस्पताल ਦੇ ਵਿੱਚ ਨੇ, ਜਿਨ੍ਹਾਂ ਵਿੱਚੋਂ 440 ICU ਦੇ ਵਿੱਚ ਨੇ। ਕਿਊਬੈਕ ਤੋਂ 24 ਘੰਟੇ ਦੌਰਾਨ 180 ਕਰੋਨਾ ਦੇ ਮਾਮਲੇ ਸਾਹਮਣੇ ਆਏ। ਇਸ ਦੇ ਨਾਲ ਹੀ ਇੱਕ ਜਾਨ ਇਸ ਵਾਇਰਸ ਦੇ ਕਾਰਨ ਚਲੀ ਗਈ। ਹੁਣ ਤੱਕ 3,72,656 ਦੇ ਕਰੀਬ ਕੁੱਲ ਮਾਮਲੇ ਸਾਹਮਣੇ ਆ ਚੁੱਕੇ ਨੇ। ਇਸ ਦੇ ਨਾਲ ਹੀ 11,167 ਜਾਨਾਂ ਇਸ ਵਾਇਰਸ ਦੇ ਕਾਰਨ ਹੁਣ ਤੱਕ ਗਈਆਂ ਨੇ। अस्पताल ਦੇ ਵਿੱਚ 244 ਦੇ ਕਰੀਬ ਮਰੀਜ਼ਾਂ ਦੀ ਗਿਣਤੀ ਹੈ, ਜਿਨ੍ਹਾਂ ਵਿੱਚੋਂ 59 ਮਰੀਜ਼ ਇੰਟੈਂਸਿਵ ਕੇਅਰ ਅਧੀਨ ਹਨ। ਕਿਊਬੈਕ ਦੇ ਵਿੱਚ 77.4% ਦੀ ਆਬਾਦੀ ਨੂੰ ਕੋਵਿਡ-19 ਵੈਕਸੀਨ ਦੀ ਪਹਿਲੀ ਡੋਜ਼ ਲੱਗ ਚੁੱਕੀ ਹੈ ਤੇ 10.9% ਦੀ ਆਬਾਦੀ ਨੂੰ ਕੋਵਿਡ-19 ਵੈਕਸੀਨ ਦੇ ਦੋਨੋਂ ਡੋਜ਼ ਲਗਾਏ ਜਾ ਚੁੱਕੇ ਨੇ। ਮੈਨੀਟੋਬਾ ਤੋਂ 24 ਘੰਟੇ ਦੌਰਾਨ 223 ਕਰੋਨਾ ਦੇ ਮਾਮਲੇ ਅਤੇ 2 ਜਾਨਾਂ ਇਸ ਵਾਇਰਸ ਦੇ ਕਾਰਨ ਗਈਆਂ ਨੇ। ਕੈਨੇਡਾ ਵਿੱਚ ਹੁਣ ਤੱਕ ਕੁੱਲ 14 ਮਿਲੀਅਨ ਦੇ ਕਰੀਬ ਮਾਮਲੇ ਸਾਹਮਣੇ ਆਏ ਨੇ। 25,882 ਜਾਨਾਂ ਇਸ ਵਾਇਰਸ ਦੇ ਕਾਰਨ ਗਈਆਂ ਨੇ। ਹੁਣ ਤੱਕ 13.5 ਮਿਲੀਅਨ ਦੇ ਕਰੀਬ ਰਿਕਵਰਡ ਮਾਮਲਿਆਂ ਦੀ ਗਿਣਤੀ ਹੈ। ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਝਾਤ ਮਾਰਦੇ ਹਾਂ ਅੱਜ ਦੀਆਂ ਚੋਣਵੀਂ ਖਬਰਾਂ ਦੇ ਉੱਪਰ। ਕੈਨੇਡਾ ਨੇ ਯਾਤਰਾ ਦੇ ਵਿੱਚ ਢਿੱਲ ਦੇਣੀ ਕੀਤੀ ਸ਼ੁਰੂ, ਕਿਹੜੀ ਵੈਕਸੀਨ ਵਾਲਿਆਂ ਨੂੰ ਮਿਲੇਗੀ ਰਾਹਤ। ਵਿਕਟੋਰੀਆ ਦੇ ਵਿੱਚ ਨਹੀਂ ਹੋਵੇਗਾ ਕੈਨੇਡਾ ਡੇ ਸਮਾਗਮ, 215 ਬੱਚਿਆਂ ਦੀ ਯਾਦ ਦੇ ਵਿੱਚ ਜਸ਼ਨ ਕੀਤੇ ਰੱਦ। ਕੈਨੇਡਾ ਦੇ ਵਿੱਚ ਕੋਰੋਨਾ ਕਾਰਨ ਵੱਧ ਗਿਣਤੀ ਪ੍ਰਵਾਸੀਆਂ ਦੀ ਮੌਤ। ਕੈਨੇਡਾ ਦੇ ਵਿੱਚ ਕੋਰੋਨਾ ਕਾਰਨ ਮਰਨ ਵਾਲਿਆਂ ਬਾਰੇ ਖੁਲਾਸਾ। ਕੈਨੇਡਾ ਦਾਨ ਕਰੇਗਾ 100 ਮਿਲੀਅਨ ਟੀਕੇ, ਸੂਤਰਾਂ ਦੇ ਹਵਾਲੇ ਤੋਂ ਆਈ ਜਾਣਕਾਰੀ। ਕੈਨੇਡਾ ਦੇ ਵਿੱਚ ਹੁਣ ਇਮੀਗ੍ਰੇਸ਼ਨ ਹੋ ਰਿਹਾ ਕਮਜ਼ੋਰ, 2 ਮਹੀਨੇ ਦੌਰਾਨ ਇਮੀਗ੍ਰੇਸ਼ਨ ਦੀ ਮੱਠੀ ਪਈ ਰਫ਼ਤਾਰ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਇੰਨਾ ਹੀ। ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਪੰਨੂ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ TV ਪੰਜਾਬ।